हाँ जी मोहतरम, ਜਦੋਂ ਤੁਹਾਡਾ ਸਾਰਾ ਪ੍ਰਾਤੀਕਾ ਮੁਕੰਮਲ ਹੋ ਜਾਂਦਾ ਹੈ, ਜਦੋਂ ਕਮਰਸ਼ਲਿਸਟ ਜਾਂ ਜਿਸ ਬੰਦੇ ਕੋਲੋਂ ਵੀ ਪੇਪਰ ਭੇਜਦੇ ਹੋ ਆਨਲਾਈਨ ਕਸਤੂਰੇ ਦੇ ਵਿੱਚ, ਤੇ ਉਹ ਜਿਹੜੇ ਪਹਿਲੇ 7-8 ਸਫ਼ੇ ਮੈਂ ਤੁਹਾਨੂੰ ਦੱਸੇ ਨੇ ਉਸ ਰਿਕਾਰਡ ਕਮਰਸ਼ਲਿਸਟ ਦੇ ਕੋਲ ਹੀ ਰਹਿੰਦਾ। ਇਹ ਮੈਂ ਸਟੰਪ ਕਰਾ ਕੇ ਤਾਂ ਦਿੰਦੇ ਨੇ ਸਿਰਫ ਤੁਹਾਨੂੰ ਸਾਰੇ ਦੋਸਤਾਂ ਨੂੰ ਦੱਸਣੇ ਵਾਸਤੇ ਕਿ ਜਿਹੜਾ ਬਾਇਓਡਾਟਾ ਹੁੰਦਾ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਤਫਸੀਲ ਦਾ ਕਿ ਕਾਗਜ਼ ਵਾਕਈ ਸਾਡੇ ਜਮ੍ਹਾਂ ਹੋਏ ਨੇ ਜਾਂ ਨਹੀਂ ਹੋਏ। ਠੀਕ ਹੈ, ਇਹਦੇ ਉੱਤੇ ਹਰ ਚੀਜ਼ ਲਿਖੀ ਹੁੰਦੀ ਹੈ। ਇਹ ਜਿਹੜੇ ਫਰਮ ਨੇ ਇਹ ਕਮਰਸ਼ਲਿਸਟ ਦਾ ਜਾਂ ਵਕੀਲ ਜਾਂ ਨੋਤਾਈ ਕੋਈ ਵੀ ਜਿਹੜਾ ਜਿਹਦੇ ਕੋਲ ਪੈਕ ਗੌਰਮੈਂਟ ਦਾ ਮਨਜ਼ੂਰਸ਼ੁਦਾ ਹੈ, ਉਹ ਜਦੋਂ ਆਨਲਾਈਨ ਲੈਂਦਾ ਤਾਂ ਉਹਦੇ ਵਿੱਚੋਂ ਇਹ ਫਾਰਮ ਆਟੋਮੈਟਿਕਲੀ ਕੰਪਿਊਟਰ ਦੇ ਵਿੱਚੋਂ ਨਿਕਲਦੇ ਨੇ। ਸਿਰਫ ਫਿਲਅਪ ਉਹਨੇ ਕਰਨੇ ਹੁੰਦੇ ਨੇ। ਮਾਲਕ ਜਿਹੜਾ ਕਾਗਜ਼ਾਂ ਦੇ ਵਿੱਚ ਤੁਹਾਡਾ ਕੰਮ ਦਾ ਉਹਦੀ ਡਿਟੇਲ ਲਿਖੀ ਹੋਣੀ ਹੈ, ਉਹਦਾ ਕੋਡੀ ਫਿਸਕਾਲ, ਉਹਦੇ ਦਿੱਤੇ ਦਾ, ਉਹਦੀ ਕਿੰਤਰੀ ਇਨਕਮ ਹੈ ਸਾਰੀ, ਉਹਦਾ ਐਡਰੈਸ, ਉਹਦਾ ਫੋਨ ਨੰਬਰ, ਉਹਦੀ ਮੇਲ, ਉਹਦੀ ਹਰ ਚੀਜ਼ ਉਹਦੇ ਉੱਤੇ ਤਫਸੀਲ ਹੁੰਦੀ ਹੈ। ਬੰਦੇ ਦਾ ਫਿਰ ਐਡਰੈਸ ਲਿਖਿਆ ਹੁੰਦਾ ਉੱਤੇ, ਡੋਮਿਸਾਈਲ ਜਿਸ ਨੂੰ ਕਹਿੰਦੇ, ਜਿਹਦੇ ਉੱਤੇ ਉਹਨਾਂ ਨੇ ਕਮਿਊਨੀਕੇਸ਼ਨ ਜਿਹੜੀ ਹੈ ਕਸਤੂਰੇ ਤੋਂ ਆਉਣੀ ਹੁੰਦੀ, ਬਾਈ ਡਾਕ ਆ ਜਾਏ ਜਾਂ ਕੋਈ ਵੀ ਉਹਨਾਂ ਨੇ ਰਾਬਤਾ ਕਰਨਾ ਹੋਵੇ, ਤੇ ਬੰਦੇ ਦਾ ਫੋਨ ਨੰਬਰ ਵੀ ਉੱਤੇ ਹੁੰਦਾ ਹੈ, ਈਮੇਲ 'ਤੇ ਹਰ ਚੀਜ਼ ਫਿਲਅਪ ਹੋਈ ਹੁੰਦੀ ਹੈ। ਠੀਕ ਹੈ, ਐਂਡ ਦੇ ਉੱਤੇ ਆਖਰੀ ਤੁਹਾਡਾ ਇਹ ਪੇਜ ਜਦੋਂ ਐਕਸੈਪਟ ਸਾਰਾ ਪ੍ਰਾਤੀਕਾ ਹੋ ਜਾਂਦਾ ਤੇ ਇਹ ਪੇਜ ਨਿਕਲਦਾ। ਸਿਰਫ ਇਹਦੇ ਉੱਤੇ ਪਿਨ ਕੋਡ ਲਿਖਿਆ, ਪਾਸਵਰਡ ਲਿਖਿਆ, ਇਹ ਤੁਸੀਂ ਆਪਣਾ 10 ਤੋਂ 15 ਦਿਨ ਬਾਅਦ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹੋ। ਠੀਕ ਹੈ, ਕਿ ਤੁਹਾਡਾ ਪ੍ਰਾਤੀਕਾ ਕਿੱਥੇ ਪਹੁੰਚਿਆ, ਤੇ ਜਿਸ ਬੰਦੇ ਦੇ ਪੇਪਰ ਜਮ੍ਹਾਂ ਹੋਏ ਉਹ ਠੀਕ ਤਰੀਕੇ ਨਾਲ, ਕਾਨੂੰਨੀ ਤਰੀਕੇ ਨਾਲ, ਰੈਗੂਲਰ ਤਰੀਕੇ ਨਾਲ ਉਹ ਇਹ ਪਾਸਵਰਡ ਜਿਉਂ ਹੀ ਮਾਰੇਗਾ ਉੱਤੇ, ਤੇ ਵਜ਼ੀਰੇ ਦਾਖਲਾ ਦੇ ਦਫ਼ਤਰ ਤੋਂ ਆਨਲਾਈਨ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੇਰਾ ਪ੍ਰਾਤੀਕਾ ਕਿੱਥੇ ਪਹੁੰਚਿਆ। ਜਿਸ ਕਿਸਮ ਦਾ ਵੀ ਕੰਟੈਕਟ ਹੋਇਆ ਉਹ ਇਹਦੇ ਉੱਤੇ ਲਿਖਿਆ ਹੋਏਗਾ। ਅਗਰ ਬੰਦੇ ਦਾ ਐਗਰੀਕਲਚਰ ਜ਼ਮੀਨਦਾਰ ਦਾ ਹੋਇਆ ਤਾਂ ਉਹਦੇ ਐਗਰੀਕਲਚਰ ਲਿਖਿਆ ਹੋਏਗਾ। ਅਗਰ ਕਿਸੇ ਬੰਦੇ ਨੇ ਡੋਮੈਸਟਿਕ ਬਦਾਨ ਤੇ ਕੋਲਫ ਕੀਤੀ ਹੈ ਤਾਂ ਉਹ ਵੀ ਇਹਦੇ ਉੱਤੇ ਲਿਖਿਆ ਹੋਏਗਾ। ਹਰ ਚੀਜ਼ ਵਾਜ਼ਿਹ ਹੋਏਗੀ। ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੀ ਅੱਗੇ ਗੱਲ ਮੈਂ ਦੱਸੀ ਹੈ, ਪਹਿਲੇ ਕਾਨੂੰਨ ਚੇਂਜ ਇਹਨਾਂ ਦਿਨਾਂ ਦੇ ਵਿੱਚ 20,000 ਜਾਂ 27,000 ਦੇ ਕੁੱਦ ਦੇ ਬਾਰੇ ਬਿਲਕੁਲ ਨਹੀਂ ਹੋਇਆ। ਉਹ ਜਿਹੜੇ ਪੇਪਰ ਜਮ੍ਹਾਂ ਹੋ ਰਹੇ ਨੇ 1 ਜੂਨ ਤੋਂ ਲੱਗ ਕੇ ਅੱਜ ਤੱਕ ਉਸੇ ਕਾਨੂੰਨ ਦੇ ਮੁਤਾਬਕ ਹੀ ਜਮ੍ਹਾਂ ਹੋ ਰਹੇ ਨੇ। ਕਾਨੂੰਨ ਜਿਹੜਾ 20,000 ਬੰਦੇ ਦੀ ਆਮਦਨ ਹੈ ਸਾਲ ਦੀ, ਉਹ ਤੇ 27,000 ਜਿਹੜੀ ਆਮਦਨ ਹੈ ਉਹ 3 ਮਈ ਨੂੰ ਪਾਸ ਹੋਇਆ ਸੀ, ਬਿਲਕੁਲ ਇੱਕੋ ਦਿਕਰੇਤ ਤੋਂ ਵਜ਼ੀਰੇ ਦਾਖਲਾ ਦਾ, ਉਹਦੇ ਮੁਤਾਬਕ ਹੀ ਹੋ ਰਹੇ ਨੇ। ਉਹ ਬਿਲਕੁਲ ਚੇਂਜਿੰਗ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਨਹੀਂ ਹੋਈ। ਚੇਂਜਿੰਗ ਜਿਹੜੀ ਹੋਈ ਹੈ ਸਿਰਫ ਇਹ ਬਿਆਨ, ਇਹ ਕਾਨੂੰਨ, ਇਹ ਦਿਕਰੇਤ ਤੋਂ ਦਾ ਜਨਾਬ ਪਬਲਿਕ ਹੋਏ ਹੈ ਵਜ਼ੀਰੇ ਦਾਖਲਾ ਦਾ 22 ਤਰੀਕ ਦਾ, ਆਰਟੀਕਲ ਲਿਖੇ ਨੇ। ਇਹ ਮੇਰੇ ਕੋਲ ਮੌਜੂਦ ਨੇ ਜਨਾਬ। 22 ਜੂਨ 2020 ਦੇ ਵਿੱਚ ਪ੍ਰੋਚੇਦੂਰਾ ਕੋਮਾ 1 articolo 103 sportello unico immigrazione। ਇੱਕ ਨੰਬਰ ਹੈ ਕਿ ਜਿਨ੍ਹਾਂ ਲੋਕਾਂ ਨੇ ਅਜ਼ੀਲ ਬੰਦ ਕਰਾਈ ਹੈ, ਆਪਣਾ ਲੈਟਰ ਲੈ ਕੇ ਨਾਲ ਕਸਤੂਰੇ ਨੂੰ ਦਿੱਤਾ, ਉਹਨਾਂ ਨੂੰ ਕਾਰਡ ਵਾਲੀ ਸਜੋਰਨ ਮਿਲ ਜਾਏਗੀ। ਠੀਕ ਹੈ, ਐਮਰਜੈਂਸੀ ਇਸ ਦੀ ਨਹੀਂ ਬੰਦ ਕਰਾਉਣ ਦੀ ਜ਼ੀਲ ਦੀ, ਕਿਉਂਕਿ ਤੁਸੀਂ ਕਾਗਜ਼ ਆਰਾਮ ਨਾਲ ਜਮ੍ਹਾਂ ਕਰਾ ਲਓ, ਬਾਅਦ ਦੇ ਵਿੱਚ ਆਪਣਾ ਕੇਸ ਬੰਦ ਕਰਾ ਕੇ ਜ਼ੀਲ ਦਾ ਉਹਦਾ ਲੈਟਰ ਲੈ ਕੇ ਉਸੇ ਕਸਤੂਰੇ ਨੂੰ ਬਾਅਦ ਵਿੱਚ ਭੇਜ ਦਿਓ ਤੇ ਤੁਹਾਨੂੰ ਇਨਸ਼ਾਅੱਲਾ ਜਿਹੜੀ ਹੈ ਉਹ ਸਜੋਰ ਕਾਰਡ ਵਾਲੀ ਮਿਲੇਗੀ, ਇਲੈਕਟ੍ਰੋਨਿਕ ਕਾਰਡ ਮਿਲੇਗਾ। ਜਿਨ੍ਹਾਂ ਲੋਕ ਦੋਸਤਾਂ ਨੇ ਅਜ਼ੀਲ ਬੰਦ ਨਹੀਂ ਕਰਾਈ, ਪੇਪਰ ਜਮ੍ਹਾਂ ਕਰਾ ਦਿੱਤੇ ਨੇ, ਉਹਨਾਂ ਨੂੰ ਸਜੋਰ ਨੂੰ ਕਾਗਜ਼ ਮਿਲਣਗੇ ਜ਼ਰੂਰ, ਲੇਕਿਨ ਉਹਨਾਂ ਨੂੰ ਕਾਰਡ ਵਾਲੀ ਸਜੋਰ ਨਹੀਂ ਮਿਲਣਗੀ, ਉਹਨਾਂ ਨੂੰ ਵਰਕਾ ਮਿਲੇਗਾ, ਕਰਤਾਚਿਓ, ਉਸ ਨੂੰ ਵਰਕੇ ਵਾਲੀ ਸਜੋਰ ਮਿਲੇਗੀ। ਠੀਕ ਹੈ, ਇਹ ਉਹਨੇ ਬੰਦਿਆਂ ਨੂੰ ਆਜ਼ਾਦੀ ਦਿੱਤੀ ਹੈ ਕਿ ਅਜ਼ੀਲ ਤੁਸੀਂ ਬੰਦ ਕਰਾ ਕੇ ਵੀ ਪੇਪਰ ਲੈ ਸਕਦੇ ਹੋ, ਇਲੈਕਟ੍ਰੋਨਿਕ ਕਾਰਡ ਮਿਲੇਗਾ ਤੁਹਾਨੂੰ, ਤੇ ਜੇ ਅਜ਼ੀਲ ਬੰਦ ਨਹੀਂ ਉਹ ਕਰਾਉਂਦੇ ਪੇਪਰ ਤੁਹਾਨੂੰ ਫਿਰ ਵੀ ਮਿਲ ਜਾਣਗੇ, ਲੇਕਿਨ ਉਹ ਕਰਤਾਚਿਓ, ਉਹ ਵਰਕੇ ਵਾਲੀ ਸਜੋਰ ਨੂੰ ਹੋਏਗੀ। ਠੀਕ ਹੈ, ਇਹ ਹੁਣ ਸਾਡੇ ਤੇ ਗੈਰ ਮੁਲਕੀਆਂ ਦੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਅਪਲਾਈ ਕਰਨੀ ਉਹਨਾਂ 'ਤੇ ਡਿਪੈਂਡ ਕਰਦਾ ਕਿ ਅਸੀਂ ਬੰਦ ਕਰਾਉਣਾ ਕੇਸ ਜਾਂ ਨਹੀਂ ਕਰਾਉਣਾ। ਤੁਹਾਨੂੰ ਪ੍ਰੋਬਲਮ ਨਹੀਂ ਹੋ ਸਕਦੀ, ਸਿਰਫ ਫਰਕ ਉਹਦੇ ਵਿੱਚ ਹੈ ਕਿ ਸਜੋਰ ਨੂੰ ਤੁਹਾਨੂੰ ਜਾਂ ਇਲੈਕਟ੍ਰੋਨਿਕ ਕਾਰਡ ਮਿਲੇਗਾ ਤੇ ਜਾਂ ਵਰਕੇ ਵਾਲੀ ਮਿਲੇਗੀ। ਇਹ ਹੁਣ ਡਿਸਾਈਡ ਤੁਸੀਂ ਕਰਨਾ। ਪੇਪਰ ਜਮ੍ਹਾਂ ਕਰਾ ਕੇ ਅਗਰ ਉਸ ਦਾ ਵਰਕਾ ਕੇਸ ਬੰਦ ਹੋ ਜਾਂਦਾ ਲੈ ਕੇ ਕਸਤੂਰੇ ਨੂੰ ਭੇਜ ਦਿਓ ਤੇ ਇਲੈਕਟ੍ਰੋਨਿਕ ਕਾਰਡ ਹਾਸਲ ਹੋ ਜਾਏਗਾ। ਠੀਕ ਹੈ, ਓਕੇ ਜਨਾਬ, ਅੱਲਾ ਹਾਫਿਜ਼।